ਨਾਲ ਮੇਰੇ ਸਹਿਯੋਗੀ ਮਿਕੀ ਜੈਕਰ ਮੌਜੂਦ ਨੇ। ਗੱਲ ਸਭ ਤੋਂ ਵੱਡੀ ਹੁਣੇ ਆਂਦੀ ਹੈ, ਜੇ ਤੁਸੀਂ ਆਪਣੇ ਆਪ ਨੂੰ ਸ਼ਾਕਾਹਾਰੀ ਸਮਝਦੇ ਹੋ, ਤੁਸੀਂ ਇਹ ਸਮਝਦੇ ਹੋ ਤੁਸੀਂ ਵੈਜੀਟੇਰੀਅਨ ਫੂਡ ਖਾ ਰਹੇ ਹੋ, ਪਰ ਤੁਸੀਂ ਕੋਈ ਵੀ ਪੈਕਡ ਫੂਡ ਕਰ ਰਹੇ ਹੋ, ਤਾਂ ਇੱਕ ਵਾਰੀ ਜ਼ਰੂਰ ਤੁਹਾਨੂੰ ਦੱਸ ਦਈਏ ਵੀ ਸਤਰਕ ਹੋ ਜਾਓ। ਇਹ ਨਾ ਹੋਵੇ ਵੀ ਤੁਸੀਂ ਨੌਨ ਵੈਜ ਖਾ ਰਹੇ ਹੋ। ਇਹ ਅਸੀਂ ਨਹੀਂ ਕਹਿ ਰਹੇ, ਇਹ ਹਾਈ ਕੋਰਟ ਦੇ ਆਦੇਸ਼ ਨੇ। ਹਾਈ ਕੋਰਟ ਨੇ ਵੱਡੀ ਫਟਕਾਰ ਲਗਾਈ ਹੈ, ਕੰਪਨੀਆਂ ਨੂੰ ਫਟਕਾਰ ਲਗਾਈ ਹੈ ਜਿਹੜੀ ਪੈਕਡ ਫੂਡਸ ਬਣਾਉਂਦੀਆਂ ਨੇ। ਤੇ ਸਭ ਤੋਂ ਵੱਡੀ ਗੱਲ ਹੈ ਇਹ ਵੀ ਕਹਿ ਦਿੱਤਾ ਹੈ ਵੀ ਤੁਸੀਂ ਪੂਰਨ ਤੌਰ ਤੇ ਮੈਂਸ਼ਨ ਕਰੋ ਜਿਹੜਾ ਪੈਕਡ ਫੂਡ ਹੁੰਦਾ ਹੈ ਉਸ ਵਿੱਚ ਜੇ ਥੋੜੇ ਪਰਸੈਂਟੇਜ ਵਿੱਚ ਹੀ ਮਾਸ ਪਾਇਆ ਜਾਂਦਾ ਤਾਂ ਤੁਸੀਂ ਉਸ ਵਿੱਚ ਮੈਂਸ਼ਨ ਕਰੋ। ਗੱਲ ਇਹ ਵੀ ਦੱਸ ਦਈਏ ਵੀ ਕੋਈ ਗਊ ਰਕਸ਼ਾ ਦਲ ਸੀਗਾ, ਉਸਨੇ ਪਟੀਸ਼ਨ ਪਾਈ ਸੀ, ਉਸਦੇ ਪਟੀਸ਼ਨ ਤੇ ਫੈਸਲਾ ਲੈਂਦੇ ਆ ਜੋ ਵੱਡੀ ਗੱਲ ਇਹ ਕਹੀ ਹੈ, ਹਾਈ ਕੋਰਟ ਨੇ ਵੱਡੀ ਗੱਲ ਕਹਿ ਦਿੱਤੀ ਹੈ। ਅਤੇ ਉਸ ਤੋਂ ਬਾਅਦ ਇਹ ਵੀ ਉੱਭਰ ਕੇ ਸਾਹਮਣੇ ਆਉਂਦਾ ਸਰਚਿੰਗ ਹੁੰਦੀ ਹੈ। ਤਾਂ ਤੁਹਾਨੂੰ ਇਹ ਵੀ ਗੱਲ ਦੱਸ ਦਈਏ, ਤੁਸੀਂ ਨੂਡਲਸ ਖਾਣ ਦੇ ਅਤੇ ਜਿਹੜੇ ਇੰਸਟੈਂਟ ਨੂਡਲਸ ਖਾਣ ਦੇ ਬਹੁਤ ਜ਼ਿਆਦਾ ਸ਼ੌਕੀਨ ਹੁੰਦੇ ਹੋ, ਤੇ ਚਿਪਸ ਵੀ ਤੁਸੀਂ ਗੱਲ ਕਰੀਏ ਤਾਂ ਬਹੁਤ ਜ਼ਿਆਦਾ ਸ਼ੌਕੀਨ ਹੋ। ਅਲੱਗ-ਅਲੱਗ ਕੰਪਨੀਆਂ ਅਲੱਗ-ਅਲੱਗ ਬ੍ਰਾਂਡਸ ਦੇ ਚਿਪਸ ਆਉਂਦੇ ਨੇ। ਪਰ ਤੁਹਾਨੂੰ ਇਹ ਵੀ ਗੱਲ ਦੱਸ ਦਈਏ, ਜੇ ਅਸਲ 'ਚ ਸੂਰ ਦਾ ਮਾਸ ਹੋਵੇ ਤਾਂ ਇੱਕ ਵਾਰੀ ਸੁਣ ਕੇ ਤੁਸੀਂ ਹੈਰਾਨ ਜ਼ਰੂਰ ਹੋ ਗਏ ਹੋਗੇ। ਇਹ ਗੱਲ ਅਸੀਂ ਨਹੀਂ ਕਹਿ ਰਹੇ, ਇਹ ਗੱਲ ਹਾਈ ਕੋਰਟ ਕਹਿ ਰਹੀ ਆ। ਤੇ ਹਾਈ ਕੋਰਟ ਨੇ ਸਿੱਧਾ ਫਟਕਾਰ ਲਗਾਈ ਆ ਵੱਡੀ ਵੱਡੀ ਕੰਪਨੀਆਂ ਨੂੰ ਅਤੇ ਆਦੇਸ਼ ਦੇ ਦਿੱਤੇ ਆ ਵੀ ਹੁਣ ਤੁਹਾਨੂੰ ਪ੍ਰੋਪਰ ਤੌਰ ਤੇ ਮੈਂਸ਼ਨ ਕਰਨਾ ਪਵੇਗਾ। ਜ਼ਰੂਰ ਪੈਕਿੰਗ ਤੁਸੀਂ ਦੇਖੀ ਹੋਵੇਗੀ, ਪੈਕਿੰਗ ਤੇ ਤੁਸੀਂ ਗ੍ਰੀਨ ਲੇਬਲ ਜਾਂ ਰੈੱਡ ਲੇਬਲ ਦੇਖ ਕੇ ਜਾਂ ਬਰਾਊਨ ਲੇਬਲ ਦੇਖ ਕੇ ਤੁਸੀਂ ਇਹ ਸੋਚ ਲੈਂਦੇ ਹੋ ਵੀ ਇਹਦੇ 'ਚ ਜਾਂ ਤਾਂ ਇਹ ਵੈਜੀਟੇਰੀਅਨ ਹੈ, ਗ੍ਰੀਨ ਲੇਬਲ ਦੇਖਦੇ ਹੋ, ਬਰਾਊਨ ਲੇਬਲ ਦੇਖਦੇ ਹੋ ਕੰਟੇਨਿੰਗ ਐਗ ਹੈ ਵੀ ਇਹਦੇ 'ਚ ਐਗ ਪਾਇਆ ਹੋਇਆ। ਜੇ ਰੈੱਡ ਲੇਬਲ ਹੁੰਦਾ ਤਾਂ ਤੁਹਾਨੂੰ ਲੱਗਦਾ ਨੌਨ ਵੈਜ ਹੈ। ਪਰ ਕਈ ਵਾਰੀ ਇਨਗਰੀਡੀਐਂਟ ਪ੍ਰੋਪਰਲੀ ਮੈਂਸ਼ਨ ਨਹੀਂ ਕੀਤੇ ਹੁੰਦੇ, ਸਿਰਫ ਕੋਡ ਮੈਂਸ਼ਨ ਕੀਤਾ ਹੋਇਆ। ਤੇ ਹਾਈ ਕੋਰਟ ਨੇ ਹੁਣ ਵੱਡੀ ਗੱਲ ਕਹਿ ਦਿੱਤੀ ਹੈ ਵੀ ਤੁਸੀਂ ਹੁਣ ਕੋਡ ਨਹੀਂ, ਤੁਸੀਂ ਇਨਗਰੀਡੀਐਂਟ ਵੀ ਜੋ ਹੈ ਦੱਸਣਾ। ਅਤੇ ਜੇ ਕਿਸੇ ਲੈਬ 'ਚ ਰਿਸਰਚ ਵੀ ਹੋਈ ਹੈ, ਕੋਈ ਟੈਸਟਿੰਗ ਵੀ ਹੋਈ ਹੈ ਇਸ ਦੀ, ਜੇ ਪ੍ਰੋਡਕਟ ਦੀ ਕੋਈ ਟੈਸਟਿੰਗ ਹੋਈ ਹੈ, ਜੇ ਐਨੀਮਲਸ 'ਤੇ ਹੋਈ ਆ, ਉਹ ਵੀ ਤੁਹਾਨੂੰ ਦੱਸਣਾ ਪਵੇਗਾ। ਅਤੇ ਸਭ ਤੋਂ ਵੱਡੀ ਗੱਲ ਇਹ ਉੱਭਰ ਕੇ ਸਾਹਮਣੇ ਆਉਂਦੀ ਹੈ, ਜੇ ਤੁਸੀਂ ਇਹ ਪ੍ਰੋਡਕਟਸ ਖਾ ਰਹੇ ਹੋ ਤਾਂ ਇੱਕ ਵਾਰੀ ਜ਼ਰੂਰ ਸੁਚੇਤ ਹੋ ਜਾਓ। ਬਿਲਕੁਲ ਜੀ, ਕਿਉਂਕਿ ਲੋਕਾਂ ਲਈ ਬੇहद ਹੈਰਾਨ ਕਰਨ ਵਾਲੀ ਖਬਰ ਹੈ ਕਿ ਇਸ ਤੋਂ ਪਹਿਲਾਂ ਕਿ ਉਹ ਖਾਂਦੇ ਰਹੇ ਨੇ ਪੈਕਡ ਫੂਡ, ਉਹਦੇ ਵਿੱਚ ਅਕਸਰ ਜਦ ਵੀ ਲੋਕ ਸ਼ਾਕਾਹਾਰੀ ਹੁੰਦੇ ਨੇ ਭਾਵੇਂ ਮਾਸਾਹਾਰੀ ਹੁੰਦੇ ਨੇ, ਉਹ ਹਮੇਸ਼ਾ ਪੈਕਡ ਫੂਡ ਦੇ ਉੱਪਰ ਜਿਹੜਾ ਇੱਕ ਨਿਸ਼ਾਨ ਹੁੰਦਾ ਹੈ, ਰੈੱਡ ਹੁੰਦਾ ਹੈ ਜਾਂ ਗ੍ਰੀਨ, ਉਸ ਨੂੰ ਦੇਖਣ ਤੋਂ ਬਾਅਦ ਹੀ ਉਸ ਪੈਕਡ ਫੂਡ ਨੂੰ ਖਾਂਦੇ ਨੇ। ਪਰ ਹੁਣ ਜਿਵੇਂ ਕਿ ਹਾਈ ਕੋਰਟ ਨੇ ਉਹਨਾਂ ਨੂੰ ਤਲਬ ਕੀਤਾ ਹੈ ਕਿ ਜਿਹੜੀਆਂ ਵੀ ਕੰਪਨੀਆਂ ਨੇ ਵੱਡੀਆਂ ਵੱਡੀਆਂ ਅਕਸਰ ਆਪਣੇ ਪ੍ਰੋਡਕਟਸ ਦੇ ਬਾਰੇ ਜਿਹੜੀ ਜਾਣਕਾਰੀ ਉਹ ਘੱਟ ਦਿੰਦੀਆਂ ਨੇ ਜਾਂ ਉਹ ਲਿਮਿਟਿਡ ਲਿਖਦੀਆਂ ਨੇ, ਜਾਂ ਕਈ ਵਾਰ ਹੁੰਦਾ ਹੈ ਕਿ ਉਸ ਪੈਕਡ ਫੂਡ ਦੇ ਵਿੱਚ ਕਿਸੇ ਵੀ ਤਰੀਕੇ ਦੇ ਨਾਲ ਕੋਈ ਨਾਨ ਵੈਜ ਆਈਟਮ ਹੁੰਦੀ ਹੈ ਤਾਂ ਉਸ ਨੂੰ ਕਿਸੇ ਵੀ ਤਰੀਕੇ ਦੇ ਨਾਲ ਲੁਕਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਰੋਕਣਾ ਚਾਹਾਂਗਾ, ਜਿਵੇਂ ਕਿ ਮੈਂ ਗੱਲ ਵੀ ਕਹੀ ਆ ਵੀ ਜਿਹੜੇ ਇੰਸਟੈਂਟ ਨੂਡਲਸ ਹੁੰਦੇ ਆ ਜਾਂ ਚਿਪਸ ਹੁੰਦੇ, ਇੱਕ ਇਨਗਰੀਡੀਐਂਟ ਇਹੋ ਜਿਹਾ ਹੁੰਦਾ ਹੈ ਜਿਸ ਵਿੱਚ ਬਹੁਤ ਘੱਟ ਮਾਤਰਾ 'ਚ ਸੂਰ ਦਾ ਮਾਸ ਪਾਇਆ ਜਾਂਦਾ। ਪਰ ਹਾਈ ਕੋਰਟ ਨੇ ਇੰਨੀ ਗੱਲ ਕਹਿ ਦਿੱਤੀ ਹੈ, ਭਾਵੇਂ ਘੱਟ ਹੋਵੇ ਭਾਵੇਂ ਵੱਧ ਹੋਵੇ, ਯੂਜ਼ ਤਾਂ ਤੁਸੀਂ ਕਰ ਹੀ ਰਹੇ ਹੋ ਨਾ, ਇਸ ਕਰਕੇ ਫਟਕਾਰ ਲਗਾਈ ਜਾਂਦੀ ਹੈ। ਅਤੇ ਜਿਹੜੇ ਰੈਗੂਲੇਸ਼ਨਸ ਵੀ ਦੱਸਦੀ ਹੈ, ਇਸ ਦਾ ਵੀ ਇੱਕ ਲੋਅ ਬਣਿਆ ਸੀ 2011 ਵਿੱਚ ਲੋਅ ਬਣਦਾ, ਜਿਹੜਾ ਪੈਕੇਜਿੰਗ ਐਂਡ ਲੇਬਲਿੰਗ ਦਾ ਲੋਅ ਬਣਦਾ। ਉਸ ਦੇ ਤਹਿਤ ਸਭ ਕੁਝ ਕਿਹਾ ਹੁੰਦਾ ਵੀ ਲੇਬਲ ਲਗਾਉਣਾ, ਤੁਸੀਂ ਪੈਕਿੰਗ ਲਗਾਉਣੀ ਹੈ ਤਾਂ ਉਸ ਦੇ ਉੱਪਰ ਤੁਹਾਨੂੰ ਮੈਂਸ਼ਨ ਕਰਨਾ ਪਵੇਗਾ ਵੀ ਇਨਗਰੀਡੀਐਂਟ ਕਿਹੜੇ ਕਿਹੜੇ ਨੇ, ਕੀ ਆ ਉਸ ਵਿੱਚ ਸਭ ਕੁਝ। ਬਟ ਕੰਪਨੀਜ਼ ਜੋ ਨੇ ਉਹ ਸਿਰਫ ਕੋਡ ਮੈਂਸ਼ਨ ਕਰ ਦਿੰਦੀਆਂ। ਜ਼ਰੂਰ ਕੰਪਨੀਜ਼ ਕਾਫੀ ਇਹ ਵੀ ਹੋਣਗੀਆਂ ਜਿਹੜੀਆਂ ਇਨਗਰੀਡੀਐਂਟ ਮੈਂਸ਼ਨ ਕਰਦੀਆਂ, ਪਰ ਕੁਝ ਕੰਪਨੀਜ਼ ਕੋਡ ਨੇਮ ਜੋ ਹੈ ਮੈਂਸ਼ਨ ਕਰ ਦਿੰਦੀਆਂ, ਜਿਹੜੇ ਆਮ ਵਿਅਕਤੀ ਨੂੰ ਕਈ ਵਾਰੀ ਸਮਝ ਨਹੀਂ ਆਉਂਦਾ। ਆਮ ਵਿਅਕਤੀ ਨੂੰ ਪਤਾ ਨਹੀਂ ਲੱਗਦਾ ਵੀ ਉਹਨਾਂ ਨੂੰ ਐ ਲੱਗਦਾ, ਭੁੱਲ ਚੁੱਕ 'ਚ ਐ ਲੱਗਦਾ। ਕਿਉਂਕਿ ਮਿੱਕੀ ਗੱਲ ਕਰੀਏ ਤਾਂ ਕਾਫੀ ਲੋਕ ਇੰਡੀਆ ਦੇ ਵਿੱਚ ਸ਼ਾਕਾਹਾਰੀ ਵੀ ਹਨ, ਕਾਫੀ ਲੋਕ ਇੰਡੀਆ ਸ਼ਾਕਾਹਾਰੀ। ਐਕਚੁਅਲ 'ਚ ਗੱਲ ਇਹ ਹੁੰਦੀ ਹੈ ਕਿ ਵੱਡੀ ਵੱਡੀ ਕੰਪਨੀਆਂ ਦੇ ਉੱਤੇ ਪਹਿਲਾਂ ਵੀ ਇਹੋ ਜਿਹੀ ਹਾਈ ਕੋਰਟ ਤਲਬ ਕਰ ਚੁੱਕੀ ਹੈ, ਕਿਉਂਕਿ ਭਾਵੇਂ ਐਡਵਰਟਾਈਜ਼ਮੈਂਟ ਦੀ ਵੀ ਜੇ ਗੱਲ ਕਰ ਲਈਏ ਤਾਂ ਉਹ ਇਸ ਤਰੀਕੇ ਦੇ ਨਾਲ ਕਿਸੇ ਵੀ ਇਹੋ ਜਿਹੀ ਵਸਤੂ ਜਿਹਦੇ ਤੇ ਸਰਕਾਰ ਨੇ ਰੋਕ ਲਾਈ ਹੋਵੇ, ਉਹ ਉਸ ਤਰੀਕੇ ਦੇ ਨਾਲ ਉਹਨੂੰ ਲੋਕਾਂ ਦੇ ਸਾਹਮਣੇ ਪੇਸ਼ ਕਰਦੇ ਨੇ ਕਿ ਸ਼ਾਇਦ ਉਹ ਇਸ ਬਾਰੇ ਨਹੀਂ ਕਿਸੇ ਹੋਰ ਚੀਜ਼ ਦੀ ਗੱਲ ਕਰ ਰਹੇ ਆ, ਪਰ ਜਦੋਂ ਉਸ ਪੈਕਟ ਨੂੰ ਜਾਂ ਉਸ ਨੂੰ ਖੋਲ੍ਹ ਕੇ ਦੇਖਿਆ ਜਾਂਦਾ ਤਾਂ ਉਸ ਦੇ ਵਿੱਚ ਕੁਝ ਹੋਰ ਨਿਕਲਦਾ ਹੈ। ਇਸੇ ਤਰੀਕੇ ਦੇ ਨਾਲ ਇਸੇ ਨੂੰ ਦੇਖਦੇ ਹੋਏ ਹਾਈ ਕੋਰਟ ਨੇ ਆਰਡਰ ਦੇ ਕੇ ਬਾਕਾਇਦਾ ਵੱਡੀਆਂ ਵੱਡੀਆਂ ਕੰਪਨੀਆਂ ਨੂੰ ਜਿਹੜੇ ਆਪਣੇ ਇੰਗਰੀਡੀਐਂਟ ਜਿਹੜੇ ਵੀ ਹੁੰਦੇ ਨੇ ਫੂਡ ਦੇ, ਉਹਨੂੰ ਪੂਰੀ ਤਰੀਕੇ ਦੇ ਨਾਲ ਨਹੀਂ ਮੈਂਸ਼ਨ ਕਰਦੀ, ਜਿਸ ਕਰਕੇ ਲੋਕ ਕਈ ਵਾਰ ਗਲਤਫਹਿਮੀ ਕਰਕੇ ਉਸ ਨਾਨ ਵੈਜ ਜਿਹੜਾ ਫੂਡ ਹੈ ਉਹ ਸ਼ਾਕਾਹਾਰੀ ਵਿਅਕਤੀ ਖਾ ਲੈਂਦਾ ਹੈ। ਇਸ ਨੂੰ ਰੋਕਦੇ ਹੋਏ ਲੋਕਾਂ ਦੀਆਂ ਜਿਹੜੀ ਭਾਵਨਾਵਾਂ ਨੇ ਉਹ ਅਹਿਤ ਹੋ ਜਾਂਦੀਆਂ ਨੇ, ਜਿਸ ਕਰਕੇ ਇਹ ਵੱਡਾ ਐਲਾਨ ਕੀਤਾ ਗਿਆ ਹੈ। ਤੁਸੀਂ ਅਕਸਰ ਦੇਖਿਆ ਹੋਵੇਗਾ ਕਿ ਜਿਹੜੀ ਵੱਡੀ ਵੱਡੀ ਕੰਪਨੀਆਂ ਨੇ ਪੈਕਡ ਫੂਡ ਜਦੋਂ ਕਰਦੀਆਂ ਨੇ ਉਸ ਦੇ ਉੱਤੇ ਇੱਕ, ਜਦ ਵੀ ਅਸੀਂ ਰੈਸਟੋਰੈਂਟ 'ਤੇ ਜਾਂਦੇ ਹਾਂ, ਕਿਤੇ ਵੀ ਜਾਂਦੇ ਹਾਂ, ਕਿਸੇ ਆਮ ਸ਼ੌਪ 'ਤੇ ਵੀ ਚੱਲ ਜਾਈਏ, ਉੱਤੇ ਜਦੋਂ ਤੁਸੀਂ ਪੈਕਡ ਫੂਡ ਲੈਂਦੇ ਹੋ ਉਹਦੇ ਉੱਤੇ ਜੇ ਉਹ ਸ਼ਾਕਾਹਾਰੀ ਹੁੰਦਾ ਹੈ ਤਾਂ ਉਹਦੇ ਉੱਤੇ ਗ੍ਰੀਨ ਨਿਸ਼ਾਨ ਹੁੰਦਾ ਹੈ, ਜਿਸ ਨੂੰ ਦੇਖ ਕੇ ਅਕਸਰ ਲੋਕ ਜੱਜ ਕਰ ਲੈਂਦੇ ਨੇ ਕਿ ਹਾਂ ਬਈ ਇਹ
ਸ਼ਾਕਾਹਾਰੀ ਹੈ, ਇਸ ਦੇ ਵਿੱਚ ਕਿਸੇ ਵੀ ਤਰੀਕੇ ਦੇ ਨਾਲ ਕੋਈ ਮਾਸ ਵਰਗੀ ਚੀਜ਼ ਨਹੀਂ ਹੈ, ਮਾਸ ਤੋਂ ਜਾਂ ਕਿਸੇ ਵੀ ਨਾਨ ਵੈਜ ਇੱਕ ਹੋਰ ਆਈਟਮ ਗੱਲ ਹੈ, ਨਹੀਂ ਹਾਈ ਹੈ। ਕੋਰਟ ਨੇ FSSAI ਨੂੰ ਵੀ ਕਹਿ ਦਿੱਤਾ ਵੀ ਤੁਸੀਂ ਇਸ ਤੇ ਪ੍ਰੋਪਰਲੀ ਧਿਆਨ ਦਿਓ, ਪੂਰਾ ਧਿਆਨ ਦਿਓ। ਅਤੇ ਜਿਹੜਾ ਬੈਚ ਸੀਗਾ, ਜਿਹੜਾ ਬੈਚ ਤੁਹਾਨੂੰ ਦੱਸਦੀ ਹੈ ਵੀ ਹਾਈ ਕੋਰਟ ਦੇ ਜੱਜਸ ਵਿਪਨ ਸਾਂਗੀ ਅਤੇ ਜਸਮੀਤ ਸਿੰਘ ਦਾ ਬੈਚ ਸੀ, ਉਹਨਾਂ ਨੇ ਇਹ ਫੈਸਲਾ ਲਿਆ, ਉਹਨਾਂ ਨੇ ਵੱਡੀ ਗੱਲ ਕਹੀ ਹੈ। ਤੇ FSSAI ਨੂੰ ਵੀ ਕਹਿ ਦਿੱਤਾ ਵੀ ਪ੍ਰੋਪਰਲੀ ਤੁਸੀਂ ਇਸ ਤੇ ਧਿਆਨ ਦਿਓ। ਜੇ ਤੁਹਾਨੂੰ ਕੋਈ ਵੀ ਇਨਗਰੀਡੀਐਂਟ ਲੱਗਦਾ, ਭਾਵੇਂ ਉਹਦੀ ਮਾਤਰਾ 10% ਹੋਵੇ, ਭਾਵੇਂ 1% ਹੋਵੇ, ਭਾਵੇਂ 0.10% ਹੋਵੇ, ਤਾਂ ਮੈਂਸ਼ਨ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੈ। ਇਹ ਨਹੀਂ ਗ੍ਰੀਨ ਮਾਰਕ ਲੱਗ ਜਾਏਗਾ ਜੇ ਉਸ ਵਿੱਚ ਕਿਸੇ ਵੀ ਛੋਟੀ ਮਾਤਰਾ ਵਿੱਚ ਕੋਈ ਵੀ ਮਾਸ ਪਾਇਆ ਜਾਂਦਾ ਜਾਂ ਮਾਸ ਦਾ ਟੁਕੜਾ ਪਾਇਆ ਜਾਂਦਾ। ਗੱਲ ਇਹ ਆਉਂਦੀ ਆ ਹੁਣ ਮਿੱਕੀ, ਗੱਲ ਇਹ ਆਉਂਦੀ ਹੈ ਜਿਵੇਂ ਕਿ ਅਕਸਰ ਤੁਸੀਂ ਵੀ ਗੱਲ ਕਹੀ ਆ ਵੀ ਅਸੀਂ ਲੇਬਲ ਦੇਖਦੇ ਹਾਂ, ਜਿਵੇਂ ਕਈ ਸ਼ਾਕਾਹਾਰੀ ਹੁੰਦੇ ਆ, ਕਾਫੀ ਲੋਕ ਪੰਜਾਬ ਦੇ ਵਿੱਚ ਤੇ ਭਾਰਤ ਦੇ ਵਿੱਚ ਸ਼ਾਕਾਹਾਰੀ ਨੇ, ਅਤੇ ਉਹ ਇਹ ਚੈੱਕ ਜ਼ਰੂਰ ਕਰਦੇ ਆ ਜਦੋਂ ਵੀ ਅਸੀਂ ਕੁਝ ਖਰੀਦਣ ਲੱਗਦੇ ਆ। ਤਾਂ ਕਈ ਵਾਰੀ ਜਿਵੇਂ ਕੇਕ ਹੀ ਕਈ ਵਾਰੀ ਖਰੀਦਦੇ ਆ ਤਾਂ ਕੇਕ ਦੇ ਉੱਤੇ ਲੇਬਲ ਚੈੱਕ ਕੀਤਾ ਜਾਂਦਾ ਵੀ ਹਾਂ ਕਿੱਥੇ ਗ੍ਰੀਨ ਲੇਬਲ ਹੈ ਜਾਂ ਬਰਾਊਨ ਲੇਬਲ ਹੈ। ਜੇ ਗ੍ਰੀਨ ਲੇਬਲ ਹੈ ਤਾਂ ਚੱਕ ਲਿਆ ਜਾਂਦਾ, ਪਰ ਪੈਕਡ ਫੂਡ 'ਚ ਕੀ ਪਾਇਆ ਗਿਆ, ਕਿੰਨੀ ਮਾਤਰਾ 'ਚ ਪਾਇਆ ਗਿਆ, ਜ਼ਰੂਰ ਬਾਅਦ 'ਚ ਇਹ ਵੀ ਕਿਹਾ ਜਾਂਦਾ ਵੀ ਬਹੁਤ ਹੀ ਘੱਟ ਮਾਤਰਾ ਦੇ ਵਿੱਚ ਪਾਇਆ ਗਿਆ। ਪਰ ਹੁਣ ਹਾਈ ਕੋਰਟ ਨੇ ਇਹ ਗੱਲ ਕਰ ਦਿੱਤੀ ਹੈ, ਹਾਈ ਕੋਰਟ ਨੇ ਫਟਕਾਰ ਲਗਾ ਦਿੱਤੀ ਆ ਵੱਡੀਆਂ ਵੱਡੀਆਂ ਕੰਪਨੀਆਂ ਨੂੰ। ਸੋ ਤੁਸੀਂ ਵੀ ਸੁਚੇਤ ਹੋ ਜਾਓ, ਕਿਉਂਕਿ ਤੁਹਾਨੂੰ ਵੀ ਅਸੀਂ ਦੱਸਿਆ ਵੀ ਕਿੰਨਾ ਇਹ 'ਚ ਮਾੜੀ ਮਾਤਰਾ 'ਚ ਕਿਸ ਤਰੀਕੇ ਦਾ ਇਨਗਰੀਡੀਐਂਟ ਹੁੰਦਾ। ਅਤੇ ਹੁਣ ਜੇ ਪੈਕੇਜਿੰਗ ਵਿੱਚ ਇਨਗਰੀਡੀਐਂਟ ਮੈਂਸ਼ਨ ਹੋ ਜਾਏਗਾ ਤਾਂ ਇਨਗਰੀਡੀਐਂਟ ਇੱਕ ਵਾਰੀ ਜ਼ਰੂਰ ਪੜ੍ਹ ਲਿਆ ਕਰੋ। ਬਿਲਕੁਲ, ਤਾਂ ਇਹ ਬੇहद ਸੁਚੇਤ ਹੋਣ ਵਾਲੀ ਖਬਰ ਹੈ ਲੋਕਾਂ ਲਈ ਵੀ ਕਿ ਜੋ ਵੀ ਤੁਸੀਂ ਸਮਾਨ ਲੈ ਰਹੇ ਹੋ, ਜੇ ਤੁਸੀਂ ਸ਼ਾਕਾਹਾਰੀ ਹੋ ਭਾਵੇਂ ਮਾਸਾਹਾਰੀ ਹੋ, ਲੈਣ ਤੋਂ ਪਹਿਲਾਂ ਉਸ ਪੈਕੇਟ ਦੇ ਉੱਤੇ ਲਿਖੇ ਹੋਏ ਇੰਗਰੀਡੀਐਂਟਸ ਜ਼ਰੂਰ ਪੜੋ। ਉਹਦੇ ਅੰਦਰ ਕੀ ਮਿਲਾਵਟ ਕੀਤੀ ਗਈ ਹੈ ਜਾਂ ਜਿਹੜੇ ਵੀ ਇੰਗਰੀਡੀਐਂਟਸ ਨੇ ਉਹਨਾਂ ਦੇ ਵਿੱਚ ਕੀ ਕੀ ਤੱਤ ਸ਼ਾਮਿਲ ਨੇ, ਉਸ ਤੋਂ ਬਗੈਰ ਤੁਸੀਂ ਉਸ ਨੂੰ ਨਾ ਖਾਓ। ਕਿਉਂਕਿ ਜੇ ਤੁਸੀਂ ਸਮਝਦੇ ਹੋ ਕਿ ਤੁਸੀਂ ਸ਼ੁੱਧ ਸ਼ਾਕਾਹਾਰੀ ਹੋ ਤਾਂ ਇਸ ਗੱਲ ਵੱਲ ਧਿਆਨ ਜ਼ਰੂਰ ਦਿਵੋ। ਸੋ ਜਿਵੇਂ ਕਿ ਹੋਰ ਵੀ ਅਪਡੇਟਸ ਜੁੜੇ ਰਹੋ ਡੇਲੀ ਪੋਸਟ ਦੇ ਨਾਲ।